4 ਸਾਲ ਤੋਂ ਜਦੋਂ ਮੈਂ ਆਪਣੀ ਖੁਦ ਦੀ ਹੋਸ਼ ਸੰਭਾਲੀ ਉਦੋਂ ਤੋਂ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਸੀ ਕੁਝ, ਤੇ ਜਦੋਂ ਹੁਣ ਮੈਨੂੰ 2 ਸਾਲ ਹੋਏ ਥੋੜੀ ਸਮਝ ਆਈ ਤੇ ਮੈਨੂੰ ਇਹ ਪਤਾ ਲੱਗਾ ਕਿ ਇਹ ਤੇ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਨੇ। ਵੈਸੇ ਤਾਂ ਕਹਿਣ ਨੂੰ ਅੰਮ੍ਰਿਤਧਾਰੀ ਨੇ, ਸ਼ਰਾਬ ਵੀ ਪੀਂਦੇ, ਮੀਟ ਵੀ ਖਾਂਦੇ ਨੇ ਤੇ ਦੇਗ ਆ ਜਿਹੜੀ ਭੰਗ ਉਹ ਤੇ ਵੈਸੇ ਨਿਹੰਗ ਸਿੰਘ ਸੀ ਪੀਂਦੇ ਨੇ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਨਸ਼ੇ ਕਰਦੇ ਨੇ। ਇੰਸਪੈਕਟਰ ਮਨਪ੍ਰੀਤ ਕੌਰ ਕੋਟ ਖਾਲਸਾ ਪੁਲਿਸ ਚੌਂਕੀ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਦਾ ਖੁਦ ਬਰਥਡੇ ਸੀ ਕੱਲ 23 ਜੁਲਾਈ ਨੂੰ ਤੇ ਉਹ ਆਪਣਾ ਬਰਥਡੇ ਛੱਡ ਕੇ ਮੇਰੀ ਹੈਲਪ ਕਰਨ ਨੂੰ ਆਏ। ਇਹਨਾਂ ਦੀ ਪਹਿਲੀ ਜਨਾਨੀ ਜਿਹੜੀ ਸੀ ਉਹ ਵੀ ਇਹਦੀ ਕੁੱਟਮਾਰ ਤੋਂ ਡਰਦੀ ਛੱਡ ਕੇ ਇਹਨਾਂ ਨੂੰ ਜਾ ਚੁੱਕੀ। ਇੱਕ ਇਹਦੀ ਬੇਟੀ ਸੀ ਸਾਲਕ ਦੀ। ਮਤਲਬ ਇਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਸੀ ਹੈਗਾ। ਇਹਦੀ ਮਾਤਾ ਜਿਹੜੀ ਸੀ ਉਹਦੇ ਘਰੋਂ ਵੀ 3 ਨੌਵਾਂ ਜਾ ਚੁੱਕੀਆਂ ਤੇ ਮਤਲਬ ਉਹ ਇਸ ਗੱਲ ਨੂੰ ਸਮਝਦੀ ਨਹੀਂ ਹੈਗੀ, ਉਹ ਇਹਨਾਂ ਦੀ ਹੀ ਸਾਈਡ ਲੈਂਦੀ। ਦੋਸਤੋ, ਪਿਓ ਜਾਂ ਮਾਂ ਚਾਹੇ ਸਤੇਲੇ ਹੋਣ ਚਾਹੇ ਆਪਣੇ ਹੋਣ, ਪਰ ਦਰਜਾ ਮਾਂ ਪਿਓ ਦਾ ਹੀ ਦਿੱਤਾ ਜਾਂਦਾ ਹੈ। ਪਰ ਜਦੋਂ ਮਾਂ ਬਾਪ ਹੀ ਆਪਣੇ ਬੱਚੇ ਦੇ ਉੱਤੇ ਮਾੜੀ ਅੱਖ ਰੱਖਣ ਤਾਂ ਕਿਸ ਤਰ੍ਹਾਂ ਦਾ ਲੱਗੇਗਾ? ਕਿ ਤੁਸੀਂ ਚਾਹੋਗੇ ਕਿ ਇਸ ਤਰ੍ਹਾਂ ਦੇ ਮਾਂ-ਬਾਪ ਨੂੰ ਜੀਣ ਦਾ ਹੱਕ ਹੈਗਾ, ਇਸ ਤਰ੍ਹਾਂ ਦੇ ਮਾਂ-ਬਾਪ ਨੂੰ ਆਜ਼ਾਦ ਘੁੰਮਣ ਦਾ ਹੱਕ ਹੈਗਾ, ਉਹਨੂੰ ਜੇਲ੍ਹ ਦੀਆਂ ਸਲਾਖਾਂ ਕਿਉਂ ਨਹੀਂ? ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦਾ ਹੀ ਮਾਮਲਾ ਸਾਡੇ ਸਾਹਮਣੇ ਆਇਆ, ਕੋਟ ਖਾਲਸਾ ਇਲਾਕੇ ਦਾ, ਜਿੱਥੇ ਇੱਕ ਪਿਤਾ ਵੱਲੋਂ, ਸੁਤੇਲੇ ਪਿਤਾ ਵੱਲੋਂ ਆਪਣੀ ਹੀ ਬੱਚੀ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਬੱਚੀ 4 ਸਾਲ ਤਸ਼ੱਦਦ ਸਹਿੰਦੀ ਰਹੀ। ਉਸ ਤੋਂ ਬਾਅਦ ਬੱਚੀ ਨੇ ਆਵਾਜ਼ ਚੁੱਕੀ ਤਾਂ ਪਿਤਾ ਦੇ ਉੱਤੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਣ ਦੀਆਂ ਤਿਆਰੀਆਂ ਪੁਲਿਸ ਵੱਲੋਂ ਕਰ ਲਿੱਤੀਆਂ ਗਈਆਂ। ਤਾਂ ਬੱਚੀ ਸਾਡੇ ਨਾਲ ਮੌਜੂਦ ਹੈ, ਬੱਚੀ ਦੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਬੇਟਾ, ਉਮਰ ਕਿੰਨੀ ਤੁਹਾਡੀ? ਮੇਰੀ ਉਮਰ 17 ਸਾਲ। ਕੀ ਹੋਇਆ ਸੀ 4 ਸਾਲ? ਜਿਸ ਤਰ੍ਹਾਂ ਆਫ ਕੈਮਰਾ ਤੁਹਾਡੇ ਨਾਲ ਗੱਲਬਾਤ ਕੀਤੀ, ਤੁਸੀਂ ਕਹਿ ਰਹੇ ਕਿ 4 ਸਾਲ ਮਾਰਕੁੱਟ ਕਰਦੇ ਸੀ ਪਿਤਾ ਤੁਹਾਡੇ, ਲਗਾਤਾਰ ਤਸ਼ੱਦਦ ਹੋ ਰਿਹਾ ਸੀ। ਸਾਡੇ ਦਰਸ਼ਕ ਸੁਣਨਾ ਚਾਹੁੰਦੇ ਆ, ਕਿਉਂ ਮਾਰਕੁੱਟ ਕਰਦੇ ਸੀ, ਕੀ ਹੋਇਆ ਸੀ ਤੁਹਾਡੇ? ਕਿਉਂਕਿ ਮੇਰੇ ਪਾਪਾ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਸੀ ਤੇ ਮੈਂ ਆਪਣੀ ਹਿੰਮਤ ਦੇ ਨਾਲ ਹਮੇਸ਼ਾ ਉਹਨਾਂ ਨੂੰ ਰੋਕਦੀ ਸੀ। ਹਾਂਜੀ। ਇਹ ਪਾਪਾ ਸੁਤੇਲੇ ਨੇ ਤੁਹਾਡੇ, ਤੁਸੀਂ ਕਹਿ ਰਹੇ ਸੁਤੇਲੇ ਪਾਪਾ, ਕਿ ਕਿੰਨੀ ਦੇਰ ਪਹਿਲਾਂ ਮੰਮਾ ਦਾ ਵਿਆਹ ਹੋਇਆ, ਕਿਸ ਤਰੀਕੇ ਦੇ ਨਾਲ, ਸਾਰਾ ਵਿਸਤਾਰ ਦੇ ਵਿੱਚ ਦੱਸੋ। ਹਾਂਜੀ, ਮੇਰੀ ਮੰਮਾ ਦਾ ਵਿਆਹ ਹੋਇਆ ਸੀ 2003 ਦੇ ਵਿੱਚ। ਹਾਂਜੀ, ਉਦੋਂ ਮੈਂ 1.25 ਮਹੀਨੇ ਦੀ ਸੀ ਤੇ ਇਹਨਾਂ ਦੇ ਮਤਲਬ ਕਿ ਮੈਨੂੰ ਇਹਨਾਂ ਨੇ ਪਾਲਿਆ ਤੇ ਵਿੱਚ ਜਿਹੜੇ ਪਿਤਾ ਨੇ ਪਾਲਿਆ 1.25 ਮਹੀਨੇ ਦੀ ਸੀ ਤੁਸੀਂ ਤੇ ਉਦੋਂ ਤੋਂ ਪਾਲਿਆ ਤੇ 17 ਸਾਲ ਤੱਕ ਤੁਹਾਨੂੰ ਪਾਲ ਲਿਆ। ਹਾਂਜੀ, ਤੇ ਉਸ ਤੋਂ ਬਾਅਦ 4 ਸਾਲ ਤੋਂ ਜਦੋਂ ਮੈਂ ਆਪਣੀ ਖੁਦ ਦੀ ਹੋਸ਼ ਸੰਭਾਲੀ ਉਦੋਂ ਤੋਂ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਸੀ ਕੁਝ, ਤੇ ਜਦੋਂ ਹੁਣ ਮੈਨੂੰ 2 ਸਾਲ ਹੋਏ ਥੋੜੀ ਸਮਝ ਆਈ ਤੇ ਮੈਨੂੰ ਇਹ ਪਤਾ ਲੱਗਾ ਕਿ ਇਹ ਤੇ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਨੇ ਤੇ ਮੈਂ ਆਪਣੀ ਹਿੰਮਤ ਦੇ ਨਾਲ ਰੋਕਦੀ ਸੀ। ਜਦੋਂ ਮੈਂ ਮੰਮਾ ਨੂੰ ਦੱਸਦੀ ਸੀ ਕਿ ਪਾਪਾ ਮੇਰੇ ਨਾਲ ਇਦਾਂ ਕਰਦੇ ਨੇ ਤੇ ਮੰਮਾ ਨੂੰ ਬਹੁਤ ਮਾਰਦੇ ਨੇ। ਮੰਮਾ ਨੂੰ ਮਾਰਦੇ ਸੀ? ਜੋ ਮੰਮਾ ਜੀ ਕਹਿੰਦੇ ਸੀ ਨਾ ਕਰੋ? ਹਾਂਜੀ, ਮੰਮਾ ਕਹਿੰਦੇ ਸੀ ਕਿ ਨਾ ਕਰੋ, ਇਹਨਾਂ ਨਾਲ ਰੋਕਦੇ ਸੀ ਇਹਨਾਂ ਨੂੰ ਵੀ ਇਹ ਗਲਤ ਹੈ ਬੇਟੀ ਤੁਹਾਡੀ, ਤਾਂ ਮਾਰਦੇ ਸੀ ਮੰਮਾ ਨੂੰ। ਹਾਂਜੀ। ਨਸ਼ਾ ਨੁਸ਼ਾ ਕਰਦੇ ਸੀ ਪਾਪਾ ਤੁਹਾਡੇ? ਹਾਂਜੀ, ਉਹ ਵੈਸੇ ਤਾਂ ਕਹਿਣ ਨੂੰ ਅੰਮ੍ਰਿਤਧਾਰੀ ਨੇ, ਸ਼ਰਾਬ ਵੀ ਪੀਂਦੇ, ਮੀਟ ਵੀ ਖਾਂਦੇ ਨੇ ਤੇ ਦੇਗ ਆ ਜਿਹੜੀ ਭੰਗ ਉਹ ਤੇ ਵੈਸੇ ਨਿਹੰਗ ਸਿੰਘ ਸੀ ਪੀਂਦੇ ਨੇ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਨਸ਼ੇ ਕਰਦੇ ਨੇ। ਪਰਚਾ ਕਿਸ ਤਰ੍ਹਾਂ ਦਰਜ ਕਰਵਾਇਆ ਗਿਆ? ਕਿੰਨੀ ਕਿ ਤਸ਼ੱਦਦ ਢਾਈ ਗਈ ਆ ਤੁਹਾਡੇ ਉੱਤੇ ਉਸ ਤੋਂ ਪਹਿਲਾਂ ਪਰਚਾ ਦਰਜ ਕਰਾਉਣ ਤੋਂ? ਤਾਂ ਜੇ ਪਰਚਾ ਦਰਜ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਸੁਣਨ ਨੂੰ ਮਿਲਦਾ ਕਿ ਪਰਚਾ ਦਰਜ ਹੋਣ 'ਚ ਬੜੀ ਦੇਰੀ ਹੋ ਜਾਂਦੀ ਆ। ਕਿੰਨੀ ਕੁ ਮੁਸ਼ਕਲ ਆਈ ਆ ਪਰਚਾ ਦਰਜ ਕਰਾਉਣ ਦੇ ਵਿੱਚ? ਮੈਨੂੰ ਪਰਚਾ ਦਰਜ ਕਰਵਾਉਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਈ। ਇੰਸਪੈਕਟਰ ਮਨਪ੍ਰੀਤ ਕੌਰ ਕੋਟ ਖਾਲਸਾ ਪੁਲਿਸ ਚੌਂਕੀ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਦਾ ਖੁਦ ਬਰਥਡੇ ਸੀ ਕੱਲ 23 ਜੁਲਾਈ ਨੂੰ ਤੇ ਉਹ ਆਪਣਾ ਬਰਥਡੇ ਛੱਡ ਕੇ ਮੇਰੀ ਹੈਲਪ ਕਰਨ ਨੂੰ ਆਏ। ਉਹਨਾਂ ਨੇ ਪਰਚਾ ਦਰਜ ਕਰ ਦਿੱਤਾ? ਕਿੰਨੀ ਦੇਰ 'ਚ ਪਰਚਾ ਦਰਜ ਹੋਇਆ? ਉਹਨਾਂ ਨੇ 2-2.5 ਘੰਟੇ ਦੇ ਵਿੱਚ ਮੇਰਾ ਪਰਚਾ ਦਰਜ ਕੀਤਾ। ਤਾਂ ਬਿਲਕੁਲ ਪੁਲਿਸ ਦੀ ਮਾੜੀ ਛਵੀ ਨੂੰ ਤੇ ਹਰ ਕੋਈ ਦੇਖਦੇ ਆ, ਚੰਗੀ ਛਵੀ ਵੀ ਦੇਖਣੀ ਚਾਹੀਦੀ ਹੈ। ਚੰਗੀ ਛਵੀ ਇਹੋ ਹੀ ਹੈ ਕਿ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦਿਆਂ ਹੋਇਆਂ ਇਸ ਦੇ ਪਿਤਾ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਤਾਂ ਕੀ ਮਜਬੂਰੀ ਕਿੰਨੀ ਕੁ ਆ ਗਈ ਸੀ? ਕਿੰਨੀ ਦੇਰ ਤੁਹਾਡਾ ਪਹਿਲਾਂ ਵਿਆਹ ਜਿਹੜਾ ਹੋਇਆ ਸੀ ਉਹ ਕਿੱਥੇ ਹੋਇਆ ਸੀ, ਕਿਸ ਤਰੀਕੇ ਨਾਲ ਹੋਇਆ ਸੀ? ਪਹਿਲੀ ਜ਼ਿੰਦਗੀ ਬਾਰੇ ਦੱਸੋ। ਇਹਨਾਂ ਦੇ ਮਦਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਉਹ ਸਰ ਮੇਰੇ 18 ਸਾਲ ਪਹਿਲੀ ਸ਼ਾਦੀ ਨੂੰ ਹੋ ਗਏ, ਇਹਨਾਂ ਦੇ ਨਾਲ 17 ਸਾਲ ਹੋਏ। ਇਹ ਮੇਰੀ ਬੇਟੀ ਜਦੋਂ ਮੈਨੂੰ ਇੱਥੇ ਸ਼ਾਦੀ ਕੀਤੀ 1.25 ਮਹੀਨੇ ਦੀ ਸੀ। ਜਦੋਂ ਪਹਿਲਾਂ ਇਹਦੇ ਪਾਪਾ ਇਸ ਤਰ੍ਹਾਂ ਹੋਏ ਤਾਂ ਇਹ ਹੋਣ ਵਾਲੀ ਸੀ। 4 ਮਹੀਨੇ ਮੇਰੀ ਸ਼ਾਦੀ ਨੂੰ ਹੋਏ ਤੇ ਮਤਲਬ 2-2.5 ਮਹੀਨੇ ਸੀ ਤੇ ਪੇਕੇ ਮੇਰੇ ਇਹਨਾਂ ਦਾ ਕੇਸ ਹੋਇਆ
ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਪਹਿਲੀ ਜਨਾਨੀ ਜਿਹੜੀ ਸੀ ਉਹ ਵੀ ਇਹਦੀ ਕੁੱਟਮਾਰ ਤੋਂ ਡਰਦੀ ਛੱਡ ਕੇ ਇਹਨਾਂ ਨੂੰ ਜਾ ਚੁੱਕੀ। ਇੱਕ ਇਹਦੀ ਬੇਟੀ ਸੀ ਸਾਲਕ ਦੀ। ਤੇ ਮਤਲਬ ਜਿਨ੍ਹਾਂ ਨੇ ਮੇਰਾ ਰਿਸ਼ਤਾ ਕਰਵਾਇਆ ਉਹਨਾਂ ਨੇ ਵੀ ਇਹਨਾਂ ਗੱਲਾਂ ਦਾ ਕੁਛ ਲੁਕਾ ਰੱਖਿਆ। ਉਹਨਾਂ ਦੀ ਰਿਸ਼ਤੇਦਾਰੀ ਸੀ, ਉਹਨਾਂ ਸੋਚਿਆ ਇਹਨਾਂ ਦਾ ਘਰ ਵਸ ਜੇ, ਚਲੋ ਸੁਧਰ ਜਾਣਗੇ। ਇਹ ਉਹਨਾਂ ਗੱਲਾਂ ਤੋਂ ਮਤਲਬ ਨਹੀਂ ਹਟੇ ਤਾਂ ਮੇਰੇ ਨਾਲ ਵੀ ਉਹੀ ਮਾਰ ਪੀਟ, ਫਿਰ ਗਾਂ ਦਾ ਗਾਂ ਹੱਤਿਆਚਾਰ ਮਤਲਬ ਇਹਨਾਂ ਦਾ ਵੱਧਦਾ ਗਿਆ। ਫਿਰ ਉਸ ਤੋਂ ਬਾਅਦ ਮੇਰੀ ਬੇਟੀ ਜਵਾਨ ਹੋਣ ਲੱਗੀ ਤੇ ਮਾੜੀ ਅੱਖ ਰੱਖਣ ਲੱਗ ਗਏ। ਤਾਂ ਪਹਿਲੇ ਵਿਆਹ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲਾ ਵਿਆਹ ਜਿਹੜਾ ਤੁਹਾਡਾ ਆਇਆ ਸੀ ਤੇ ਉਦੋਂ ਤੁਹਾਡੇ ਬੱਚੇ ਸਿਰਫ ਇਹ ਬੇਟੀ ਤੁਹਾਡੀ ਪਹਿਲੇ ਵਿਆਹ ਦੇ ਵਿੱਚ? ਹਾਂਜੀ ਹਾਂਜੀ, ਇਹ ਮੇਰੇ ਪਹਿਲੇ ਹਸਬੈਂਡ ਦੀ। ਉਸ ਤੋਂ ਬਾਅਦ ਵੀ ਕਿੰਨੇ ਬੱਚੇ ਤੁਹਾਡੇ? ਉਸ ਤੋਂ ਬਾਅਦ ਇਹਦੇ ਵਿੱਚੋਂ 3 ਲੜਕੀਆਂ ਹੋਈਆਂ ਤੇ ਚੌਥਾ ਮੈਂ ਪ੍ਰੈਗਨੈਂਟ। 4 ਬੱਚੇ, ਯਾਨੀ ਕਿ ਹੁਣ 5 ਬੱਚੇ ਤੁਹਾਡੇ ਹੈਗੇ ਨੇ ਤੇ 4 ਹੁਣ ਨੇ ਤੇ 1 ਬੱਚੀ ਪਹਿਲੀ। ਹਾਂਜੀ ਹਾਂਜੀ ਤਾਂ ਪਹਿਲੇ ਹਸਬੰਡ ਤੁਹਾਡੇ, ਉਹਨਾਂ ਦੀ ਮੌਤ ਹੋ ਗਈ ਹੈ? ਹਾਂਜੀ, ਉਹਨਾਂ ਦੀ ਡੈਥ ਹੋ ਗਈ ਸੀ। ਹਾਂਜੀ ਭੈਣ ਜੀ ਕਿੰਨੀ ਕਿ ਤਸ਼ੱਦਦ ਢਵਾਉਂਦੇ ਸੀ ਤੁਹਾਨੂੰ? ਜਿਸ ਤਰ੍ਹਾਂ ਬੇਟੀ ਦੱਸ ਰਹੀ ਹੈ ਕਿ ਮੈਨੂੰ ਮਾਰਦੇ ਕੁੱਟਦੇ ਸੀ, ਤੁਹਾਨੂੰ ਮਾਰਦੇ ਕੁੱਟਦੇ ਸੀ, ਤਾਂ ਕਿੰਨੀ ਕੁ ਮੁਸ਼ਕਲਾਂ ਦੇ ਸਾਹਮਣੇ ਉਦੋਂ ਕਰਨੇ ਪਏ ਜਦੋਂ ਇਹ ਪਰਚਾ ਦਰਜ ਹੋਣ ਤੋਂ ਪਹਿਲਾਂ, ਜਦੋਂ ਇਹ ਸਾਰੀ ਗੱਲਬਾਤ ਨਹੀਂ ਹੋਈ, ਜਦੋਂ ਲੋਕਾਂ ਤੱਕ ਨਹੀਂ ਇਹ ਜਾਗਰੂਕ ਹੋਈ, ਤਾਂ ਉਸ ਤੋਂ ਪਹਿਲਾਂ ਕਿੰਨੀ ਕੁ ਤਸ਼ੱਦਦ ਹੋਈ? ਸਰ ਮੈਂ ਤਾਂ ਚਾਹੁੰਦੀ ਹਾਂ ਕਿ ਚਲੋ ਦੂਸਰੀ ਵਾਰੀ ਘਰ ਬਣਾਇਆ ਹੈ, ਘਰ ਦੀ ਗੱਲ ਬਾਹਰ ਨਾ ਹੀ ਜਾਵੇ, ਪਰ ਜ਼ੁਲਮ ਸਹਿਣ ਤੋਂ ਬਾਹਰ ਹੋ ਗਿਆ ਤਾਂ ਫਿਰ ਮੈਨੂੰ ਇਹ ਕਦਮ ਚੁੱਕਣੇ ਪਿਆ। ਹਾਂਜੀ ਹਾਂਜੀ, ਬੇਟੀ ਉੱਤੇ ਆ ਕੇ ਫਿਰ ਤੁਹਾਨੂੰ ਪਤਾ ਕੋਈ ਵੀ ਮਾਤਾ ਇਸ ਤਰ੍ਹਾਂ ਮਤਲਬ ਨਹੀਂ ਜਰ ਸਕਦੀ ਆਪਣੀ ਬੱਚੀ ਨਾਲ ਇਹੋ ਜਿਹੀਆਂ ਹਰਕਤਾਂ, ਤੇ ਇਸ ਕਰਕੇ ਫਿਰ ਅਸੀਂ ਮਤਲਬ ਇਹਦੇ ਤੇ ਪਰਚਾ ਦਰਜ ਕਰਵਾਇਆ ਤੇ ਸਿਰ ਪਾੜਿਆ ਮੇਰਾ। ਇਸ ਤਰ੍ਹਾਂ ਹੀ ਮਤਲਬ ਜਦੋਂ ਰੋਕਣਾ ਉਦੋਂ ਹੀ ਮਤਲਬ ਤੰਗ ਕਰਨਾ, ਮਾਰਨਾ, ਬਹੁਤ ਗੰਦੇ ਤਰੀਕੇ ਨਾਲ ਟੌਰਚਰ ਕਰਦੇ ਰਹੇ। ਮਤਲਬ ਕਿਸੇ ਦੀ ਵੀ ਇਹਨਾਂ ਨੂੰ ਕੋਈ ਹੈਗੀ ਨਹੀਂ ਸ਼ਰਮ, ਨਹੀਂ ਕੋਈ ਸਮਝ, ਨਹੀਂ ਕੋਈ, ਨਾ ਕੋਈ ਮਾਤਾ ਦੀ, ਨਾ ਕੋਈ ਪਤਾ। ਮਤਲਬ ਇਹਨੂੰ ਰੋਕਣ ਵਾਲਾ ਵੀ ਕੋਈ ਨਹੀਂ ਸੀ ਹੈਗਾ। ਇਹਦੀ ਮਾਤਾ ਜਿਹੜੀ ਸੀ ਉਹਦੇ ਘਰੋਂ ਵੀ 3 ਨੌਵਾਂ ਜਾ ਚੁੱਕੀਆਂ ਤੇ ਮਤਲਬ ਉਹ ਇਸ ਗੱਲ ਨੂੰ ਸਮਝਦੀ ਨਹੀਂ ਹੈਗੀ। ਉਹ ਇਹਨਾਂ ਦੀ ਹੀ ਸਾਈਡ ਲੈਂਦੀ। ਅੱਖਾਂ ਤੋਂ ਬੈਠੇ ਮੰਜੇ ਤੇ ਮੈਂ ਹੀ ਸੇਵਾ ਕਰਦੀ, ਰੋਟੀ ਪਾਣੀ ਦਿੰਦੀ ਸੀ, ਪਰ ਉਹਨਾਂ ਨੂੰ ਅਜੇ ਤੱਕ ਵੀ ਇਸ ਗੱਲ ਦੀ ਸਮਝ ਨਹੀਂ ਆਈ ਕਿ ਆਪਣਾ ਘਰ ਵਸਾਉਣਾ ਜ਼ਰੂਰੀ ਹੁੰਦਾ। ਹਾਂਜੀ, ਫਿਰ ਵੀ ਦਿੱਕਤ ਕਹਿੰਦੇ ਕਰੰਟ ਵੀ ਕਹਿੰਦੇ ਕਈ ਵਾਰੀ ਗੁੱਸੇ ਵਿੱਚ ਆ ਕੇ ਜਦੋਂ ਨਸ਼ਾ ਕੀਤਾ ਹੁੰਦਾ ਕਰੰਟ ਵੀ ਲਗਾ ਦਿੰਦਾ ਸੀ, ਕੋਈ ਇਸ ਤਰ੍ਹਾਂ ਦੀ ਮਾਰਦਾ ਕੁੱਟਦਾ ਜੋ ਮਰਜ਼ੀ ਕਰ ਦਿੰਦਾ, ਇਸ ਤਰ੍ਹਾਂ ਵੀ ਹੁੰਦਾ ਸੀ? ਹਾਂਜੀ, ਮੰਮੀ ਨੂੰ ਜਿਸ ਦਿਨ ਮਾਰਿਆ ਨਾ, ਕਿ ਮੈਂ ਦੱਸਿਆ ਕਿ ਮੰਮੀ ਮੇਰੇ ਨਾਲ ਡੈਡੀ ਅੱਜ ਫੇਰ ਇਹਨਾਂ ਦੀ ਗਲਤ ਹਰਕਤ ਕਰਨ ਲੱਗੇ ਸੀ, ਤੇ ਮੈਂ ਮੰਮਾ ਨੂੰ ਦੱਸਿਆ। ਮੰਮਾ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਜ ਫੇਰ ਉਹੀ ਕੰਮ ਕਰਨ ਲੱਗੇ ਸੀ, ਤੇ ਇਹਨਾਂ ਨੂੰ ਕਹਿੰਦਾ ਜੇ ਤੂੰ ਰੌਲਾ ਪਾਇਆ ਮੈਂ ਤੈਨੂੰ ਬੱਤੀ ਨਾਲ ਲਾ ਦੇਣਾ। ਅੱਛਾ, ਲਾ ਦੇਣਾ, ਕਰੰਟ ਲਾ ਦੇਣਾ। ਹਾਂਜੀ, ਕਰੰਟ ਲਾ ਦੇਣਾ। ਤਾਂ ਬੜੀ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤਾਂ ਜਦੋਂ ਹੋਇਆ ਘਰੋਂ ਤੁਸੀਂ ਨਿਕਲੇ ਸੀ, ਉਸ ਤੋਂ ਬਾਅਦ ਕਿੱਥੇ ਗਏ ਸੀ? ਜਦੋਂ ਬਹੁਤ ਜ਼ਿਆਦਾ ਤਸ਼ੱਦਦ ਹੋ ਗਈ ਸੀ ਤੁਹਾਡੇ ਉੱਤੇ, ਤੁਸੀਂ ਸੋਚਿਆ ਕਿ ਨਹੀਂ ਹੁਣ ਅਸੀਂ ਘਰ ਰਹਿਣਾ ਨਹੀਂ ਆ, ਤਾਂ ਉਸ ਤੋਂ ਬਾਅਦ ਕਿੱਥੇ ਗਏ ਸੀ? ਉਸ ਤੋਂ ਬਾਅਦ ਆਪਾਂ ਹਰਿਮੰਦਰ ਸਾਹਿਬ ਗਏ ਸੀ। ਹਾਂਜੀ, ਹਰਿਮੰਦਰ ਸਾਹਿਬ ਜਾ ਕੇ ਆਪਾਂ ਉੱਥੇ ਬੈਠੇ ਸੀ, ਮੇਰੀਆਂ ਛੋਟੀਆਂ 3 ਭੈਣਾਂ ਨੂੰ ਲੈ ਕੇ, ਤੇ ਉੱਥੇ ਸਾਨੂੰ ਇੱਕ ਸੇਵਾਦਾਰ ਨੇ। ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿੱਡਾ ਵਧੀਆ ਬੜਪਨ ਹੈ ਇਸ ਬੱਚੀ ਦਾ, ਇਸ ਮਾਂ ਦਾ। 3 ਬੱਚੀਆਂ ਜਿਹੜੀਆਂ ਨੇ ਉਹ ਜਿਹੜਾ ਪਿਓ ਤਸ਼ੱਦਦ ਕਰਦਾ ਸੀ ਉਹਦੀਆਂ ਨੇ, ਪਰ ਫਿਰ ਵੀ ਕਹਿ ਰਹੀ ਹੈ ਕਿ ਮੇਰੀਆਂ 3 ਭੈਣਾਂ ਨਾਲ ਸੀ, ਆਪਾਂ ਉਹ 3 ਭੈਣਾਂ ਨੂੰ ਨਾਲ ਲੈ ਕੇ ਗਏ ਸੀ। ਤਾਂ ਕੀ ਹੋਇਆ ਸੀ 3 ਭੈਣਾਂ ਨੂੰ? ਮੇਰੀਆਂ 3 ਭੈਣਾਂ ਜਦੋਂ ਨਾਲ ਲੈ ਕੇ ਗਏ ਤੇ ਉੱਥੇ ਮੇਰੀ ਛੋਟੀ ਭੈਣ ਰੋਂਦੀ ਸੀ, ਤੇ ਉਹਨੇ ਸੇਵਾਦਾਰ ਨੇ ਪੁੱਛਿਆ ਕਿ ਇਹ ਬੱਚੀ ਕਿਉਂ ਰੋਂਦੀ ਪਈ ਆ। ਫਿਰ ਆਪਾਂ ਦੱਸਿਆ ਕਿ ਇਸ ਤਰ੍ਹਾਂ ਮਤਲਬ ਕਿ ਸਾਨੂੰ ਘਰੋਂ ਕੱਢ ਦਿੱਤਾ। ਆਪਣੀ ਪੂਰੀ ਮੈਂ ਹਕੀਕਤ ਦੱਸੀ ਉਹਨਾਂ ਨੂੰ ਸਾਰੀ, ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਨੂਰ ਚੈਰੀਟੇਬਲ ਟਰਸਟ ਹੈ, ਤੇ ਉਹ ਬੀਬੀ ਜੀ ਨੇ, ਉਹ ਇਸ ਤਰ੍ਹਾਂ ਹੀ ਸੇਵਾ ਕਰਦੇ ਨੇ, ਤੇ ਉਹ ਤੁਹਾਡੀ ਸੇਵਾ ਮਤਲਬ ਕਿ ਹੈਲਪ ਕਰਨਗੇ। ਤੇ ਫਿਰ ਆਪਾਂ ਇੱਥੇ ਆਏ ਤੇ ਇਹਨਾਂ ਨੇ ਸਾਡੀ ਮਤਲਬ ਕਿ ਹੈਲਪ ਕੀਤੀ। ਤੇ ਹਾਂਜੀ, ਉਸ ਤੋਂ ਬਾਅਦ ਸਾਡੀ ਮਤਲਬ ਕਿ ਕਾਰਵਾਈ ਸ਼ੁਰੂ ਹੋ ਗਈ, ਤੇ ਹੁਣ ਕੱਲ ਇਹਨਾਂ ਨੂੰ ਪਰਚਾ ਦਰਜ ਹੋ ਗਿਆ 2.5 ਘੰਟੇ ਦੇ ਵਿੱਚ। ਤਾਂ ਹੁਣ ਅੱਗੇ ਦੀ ਮੰਗ ਕੀ ਕਰਦੇ ਜੇ? ਕੇਸ ਕੋਈ ਵੀ ਹੋਵੇ, ਜ਼ਿਆਦਾਤਰ ਸਾਨੂੰ ਗਿਲਾ ਇਹੋ ਹੀ ਹੁੰਦਾ ਕਿ ਕੋਈ ਵੀ ਕੇਸ ਹੋਵੇ ਉਹਨੂੰ ਜ਼ਮਾਨਤ ਤੇ ਮਿਲਣੀ ਹੈ, ਚਾਹੇ ਉਹ ਕਤਲ ਦਾ ਕੇਸ ਵੀ ਹੋਵੇ। ਤਾਂ ਉਸ ਤੋਂ ਬਾਅਦ ਅਸੀਂ ਚਾਹੁੰਦੇ ਕੀ ਹਾਂ? ਇਸ ਤੋਂ ਬਾਅਦ ਕੀ ਲੱਗਦਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਜਾਂ ਕਾਨੂੰਨ ਇਸ ਤਰ੍ਹਾਂ ਦੇ ਅਨਸਰਾਂ ਨੂੰ ਜ਼ਮਾਨਤ ਵੀ ਜਲਦੀ ਦੇ ਦੇ? ਮੈਂ ਤੇ ਮਤਲਬ ਕਿ ਪੂਰੇ ਵਰਲਡ ਨੂੰ, ਜੋ ਵੀ ਇੰਸਪੈਕਟਰਸ ਨੇ, ਜੱਜ ਨੇ, ਲਾਇਰ ਨੇ, ਮੈਂ ਇਹੀ ਕਹਿਣਾ ਚਾਹੂੰਗੀ ਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ, ਇਹਨਾਂ ਨੂੰ ਜ਼ਮਾਨਤ ਤੇ ਮਿਲਣੀ ਨਹੀਂ ਚਾਹੀਦੀ। ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਮਤਲਬ ਕਿ ਫਾਂਸੀ ਹੀ ਮਿਲਣੀ ਚਾਹੀਦੀ ਨੇ। ਜੋ ਅੱਜ ਕੱਲ੍ਹ ਬਹੁਤ ਛੋਟੀਆਂ ਬੱਚੀਆਂ ਨਾ, ਕਿ 1.25 ਮਹੀਨੇ ਦੀ ਬੱਚੀ, ਕਿ ਪੈਦਾ ਹੁੰਦੀ ਬੱਚੀ ਨੂੰ ਵੀ ਲੋਕੀ ਜਿਹੜੇ ਇਹੋ ਜਿਹੇ ਭੇੜੀਏ ਨਹੀਂ ਛੱਡਦੇ, ਤੇ ਉਹਨਾਂ ਨੂੰ ਖੁੱਲ੍ਹੇਆਮ ਬਾਹਰ ਘੁੰਮਣ ਦਾ ਕੋਈ ਹੱਕ ਨਹੀਂ ਹੈਗਾ।
ਬੜੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਹੋਣਗੀਆਂ, ਤੁਸੀਂ ਹਿੰਮਤ ਕੀਤੀ, ਤੁਸੀਂ ਕਹਿ ਰਹੇ ਕਿ 4 ਸਾਲ ਤੋਂ ਮੈਂ ਤਸ਼ੱਦਦ ਸਹਿੰਦੀ ਹਿੰਮਤ ਕਰਦੀ ਰਹੀ ਕਿ ਮੇਰੇ ਨਾਲ ਕੁਝ ਗਲਤ ਨਾ ਹੋ ਜਾਵੇ, ਤਾਂ ਇਸ ਤਰ੍ਹਾਂ ਦੀ ਹਿੰਮਤ ਤੁਸੀਂ ਲਗਾਤਾਰ ਕਰ ਰਹੇ ਆ। ਬੜੀਆਂ ਕੁੜੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ, ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਉਂਦੇ ਜਿਹੜੀਆਂ ਤਸ਼ੱਦਦ ਸਹਿੰਦੀਆਂ ਵੀ ਨੇ, ਬਾਅਦ 'ਚ ਬਾਹਰ ਆਉਂਦੀਆਂ ਨੇ। ਕਈ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਨ੍ਹਾਂ ਦੀ ਤਸ਼ੱਦਦ ਹੁੰਦੀ ਵੀ ਪਰ ਦੱਸਣ ਜੋਗੇ ਨਹੀਂ, ਹਿੰਮਤ ਨਹੀਂ ਕਰਦੀਆਂ, ਉਹਨਾਂ ਨੂੰ ਕੀ ਕਹਿਣਾ? ਮੈਂ ਉਹਨਾਂ ਨੂੰ ਭੈਣਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਮੈਂ ਖੁਦ ਬਾਹਰ ਆ ਕੇ 4 ਸਾਲ ਬਾਅਦ ਆਪਣੀ ਲੜਾਈ ਲੜੀ ਆ, ਤੁਸੀਂ ਵੀ ਹਿੰਮਤ ਕਰੋ ਤੇ ਜ਼ੁਲਮ ਦਾ ਸਾਹਮਣਾ ਕਰੋ। ਬਿਲਕੁਲ ਜੁਰਮ ਦਾ ਸਾਹਮਣਾ ਕਰੋ। ਤਾਂ ਤੁਹਾਡੀ ਬੜੀ ਅਸੀਂ ਪ੍ਰਸ਼ੰਸਾ ਸੁਣਦੇ ਹਾਂ, ਤਾਂ ਇਹ ਪ੍ਰਸ਼ੰਸਾ ਬਣਦੀ ਵੀ ਹੈ ਕਿ ਇੱਕ ਜਿਹੜੀ ਬੱਚੀ ਆ 4 ਭੈਣਾਂ ਨਾਲ ਲੈ ਕੇ, ਆਪਣੀ ਮੰਮਾ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਪਹੁੰਚਦੀ ਹੈ, ਤੁਹਾਡੇ ਤੱਕ ਆਵਾਜ਼ ਪਹੁੰਚਦੀ ਆ, ਤੁਸੀਂ ਉੱਥੇ ਹੈਲਪ ਕਰਨ ਵਾਸਤੇ ਨਿਕਲਦੇ ਜੇ। ਸਭ ਤੋਂ ਪਹਿਲਾਂ ਦੱਸੋ ਨਾਮ ਕੀ ਤੁਹਾਡਾ ਤੇ ਸੰਸਥਾ ਦਾ ਕੀ? ਮੈਂ ਬੀਬੀ ਮਨਜੀਤ ਕੌਰ, ਇਹ ਕਨੂਰ ਚੈਰੀਟੇਬਲ ਟਰੱਸਟ, ਪਿੰਡ ਬੋੜੂ, ਝਬਾਲ ਰੋਡ ਤੇ ਆ। ਕੀ ਹੋਇਆ ਅੱਜ ਤੁਹਾਡੇ ਤੱਕ, ਕਿਹੜੀ ਆਵਾਜ਼ ਪਹੁੰਚੀ ਸੀ ਇਹਨਾਂ ਦੀ? ਮੈਨੂੰ ਤਾਂ ਫੋਨ ਆਇਆ ਇਹਨਾਂ ਦਾ, ਕਿਸੇ ਫੋਨ ਤੋਂ, ਇਹਨਾਂ ਸੇਵਾਦਾਰ ਤੋਂ ਲੈ ਕੇ ਕੀਤਾ ਕਿ ਬੀਬੀ ਜੀ ਅਸੀਂ 4-5-6 ਜੀ ਰੁਲ ਰਹੇ ਹਾਂ। ਤੇ ਮੈਂ ਇਹਨਾਂ ਨੂੰ ਕਿਹਾ ਕਿੱਦਾਂ ਹੋਇਆ, ਮੈਂ ਸਾਰੀ ਇਹਨਾਂ ਦੀ ਸਟੋਰੀ ਥੋੜੀ ਬਹੁਤੀ ਸੁਣੀ ਸ਼ਾਰਟ ਕਿ ਸਾਡਾ ਘਰ ਮਰਨੀ ਆ। ਫਿਰ ਮੈਨੂੰ ਉੱਥੇ ਗਈ, ਇਹਨਾਂ ਦੀ ਗੱਲਬਾਤ ਸੁਣੀ, ਫਿਰ ਇਹਨਾਂ ਨੂੰ ਸਿੱਧਾ ਹੀ ਮੈਂ ਬਾਲ ਵਿਕਾਸ ਕਮੇਟੀ ਲੈ ਕੇ ਚਲੇ ਗਈ। ਉੱਥੇ ਜਾ ਕੇ ਫਿਰ ਇਹਨਾਂ ਨੇ ਆਪਣੀ ਕਹਾਣੀ ਸੁਣਾਈ, ਨਾਲੇ ਮੈਨੂੰ ਆਰਡਰ ਪਾ ਕੇ ਦੇ ਦਿੱਤੇ। ਤੇ ਹੁਣ ਅੱਜ 5 ਬੱਚੇ ਮੈਂ ਸਾਂਭ ਰਹੀ ਹਾਂ ਤੇ 6ਵਾਂ ਆਉਣ ਵਾਲਾ ਆ। ਪਰਚਾ ਦਰਜ ਕਰ ਦਿੱਤਾ ਗਿਆ ਹੈ। ਪਰਚਾ ਦਰਜ ਤੇ ਮੈਂ ਕਹਿੰਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ, ਕੁਛ ਵਾਹਿਗੁਰੂ ਦੀ ਹੈਲਪ ਹੀ, ਸੱਚਾਈ ਦਾ ਸਾਥ ਮਿਲਿਆ। ਤੇ ਬਾਕੀ ਮਨਪ੍ਰੀਤ ਦਾ ਬਾਰੇ ਦੱਸਿਆ ਹੀ ਆ, ਵਿਚਾਰੀ ਆਪਣਾ ਬਾਰਡੇ ਛੱਡ ਕੇ ਆਪਣੇ ਘਰ ਫੈਮਿਲੀ ਦੇ ਵਿੱਚ ਸਾਰਾ ਪਰਿਵਾਰ ਉਹਦੇ ਮਹਿਮਾਨ ਆਣ ਕੇ ਬੈਠੇ, ਬੜੇ ਫੋਨ ਸਾਡੇ ਸਾਹਮਣੇ ਵੀ ਆਉਂਦੇ, ਪਰ ਉਹਨੇ ਇਸ ਕੁੜੀ ਦੀ ਪੁਕਾਰ ਜ਼ਰੂਰ ਸੁਣੀ ਆ। ਮਾਣ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਦੇ ਕਿਸੇ ਦੁਨੀਆ ਦੇ ਸਤਾਏ ਜਾਂ ਆਪਣੇ ਪਰਿਵਾਰ ਦੇ ਸਤਾਏ ਦੀ ਮਦਦ ਕੀਤੀ ਜਾਂਦੀ ਹੈ। ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਅਸੀਂ ਕਿ ਇਹੋ ਜਿਹੇ ਬੰਦਿਆਂ ਨੂੰ ਅਕਲ ਆਵੇ। ਇਹਨਾਂ ਤਾਂ ਮੈਂ ਕਹਿੰਦੀ ਬਾਹਰ ਹੀ ਆਉਂਦਾ ਕੋਈ ਹੱਕ ਹੀ ਨਹੀਂ, ਬਾਹਰ ਆਉਣ ਹੀ ਨਾ। ਜਿੱਦਾਂ ਕਿ ਇੰਨੇ ਕੁ ਦੱਸ ਵੀ ਨਹੀਂ ਸਕਦੀਆਂ, ਮੈਨੂੰ ਰੋਜ਼ ਦੱਸਦੀਆਂ ਥੋੜ੍ਹੀ ਥੋੜ੍ਹੀ ਕਹਾਣੀ, ਪਰ ਜਿੱਦਾਂ ਕਹਿ ਲਓ ਇਹਨਾਂ ਨੂੰ ਭੁੱਲ ਗਈ। ਜਾਂ ਜਿੱਦਾਂ ਉਹ ਬੀਬੀ ਦਾ ਸਿਰ ਪਾਟਾ ਸੀ, ਉਹਦੇ 3-4 ਟਾਂਕੇ ਲੱਗਣ ਵਾਲੇ ਸੀ, ਇੱਦਾਂ ਕਰਕੇ ਇਹਨਾਂ ਦਾ ਬਹੁਤ ਹੀ ਜ਼ੁਲਮ ਇਹਨਾਂ ਨੇ ਦੱਸਿਆ ਵੀ ਹੁੰਦਾ ਸੀ। ਅਤੇ ਮੈਨੂੰ ਬੜੀ ਖੁਸ਼ੀ ਆ ਕਿ ਮੈਂ 6 ਜ਼ਿੰਦਗੀਆਂ ਬਚਾਈਆਂ ਵਾ। ਅੱਗੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਆਉਣ ਵਾਲਾ ਹੈ ਤੇ ਮੈਂ ਆਪਣੇ ਆਪ ਨੂੰ ਬੜੀ ਖੁਸ਼। ਮੈਂ ਦੇਖਦਾ ਹੋਵਾਂਗਾ ਕਿ ਕੁਝ ਨਰਵਸ ਹੋਈਆਂ ਪਈਆਂ ਨੇ ਬੱਚੀਆਂ, ਜਾਂ ਉਹਨਾਂ ਦੀ ਮਾਤਾ ਜੀ ਨਰਵਸ ਹੋਏ ਨੇ, ਉਹਨਾਂ ਕੋਲ ਗੱਲ ਪੂਰੀ ਦੱਸੀ ਨਹੀਂ ਜਾ ਰਹੀ। ਤੁਹਾਡੇ ਤੱਕ ਜਿਹੜੀ ਗੱਲ ਪਹੁੰਚੀ ਸੀ, ਕੀ ਇਹਨਾਂ ਨੇ ਦੱਸਿਆ, ਕੀ ਤਸ਼ੱਦਦ ਇਹਨਾਂ ਦੇ ਢਾਈ? ਮੈਨੂੰ ਤਾਂ ਇਹ ਦੱਸਿਆ ਵੀ ਇੱਦਾਂ ਮੇਰਾ ਬਾਪ ਆ ਤੇ ਮੇਰੇ ਤੇ, ਕਿਉਂਕਿ ਉਹ ਇਹਨਾਂ ਦਾ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਗਾ, ਉਹਦਾ ਕੋਈ ਮਾਂ ਬਾਪ ਵੀ ਨਹੀਂ ਹੈਗਾ ਬੀਬੀ ਦਾ, ਕੋਈ ਨਾਨਕੇ ਪਰਿਵਾਰ 'ਚੋਂ ਵੀ ਨਹੀਂ ਆ। 1-2 ਹੈਗੇ ਸੀ, ਉਹਨਾਂ ਨੇ ਮੈਨੂੰ ਆਣ ਕੇ ਦੱਸਿਆ ਵੀ ਅਸੀਂ ਉਹਦੇ ਨਾਲ ਟਾਕਰਾ ਨਹੀਂ ਬੀਬੀ ਜੀ ਕਰ ਸਕਦੇ। ਤੇ ਬੀਬੀ ਫਿਰ 1.25 ਲੱਖ ਹੀ, ਜਦੋਂ ਹੁਣ ਆਪਾਂ ਮੁੱਦਾ ਹੀ ਇਹ ਚੁੱਕਿਆ ਆ ਸੇਵਾ ਦਾ ਹੀ, 1.25 ਲੱਖ ਹੀ ਫਿਰ ਲੈ ਕੇ ਤੇ ਇਹਨਾਂ ਨੂੰ ਚਲੇ ਗਈ। ਤੇ ਫਿਰ ਜਾ ਕੇ ਦਰਖਾਸਤ ਦਿੱਤੀ, ਥਾਣੇ ਰਿਪੋਰਟ ਕੀਤੀ। ਸ਼ਾਇਦ ਇੱਕ ਨੂਰ ਇਹ ਸੰਸਥਾ ਨਾ ਹੁੰਦੀ, ਇਹ ਬੀਬੀ ਜੀ ਨਾ ਹੁੰਦੀ, ਤਾਂ ਸ਼ਾਇਦ ਲੱਗਦਾ ਕਿ ਜੇ ਬੀਬੀ ਜੀ ਨਾ ਹੁੰਦੇ ਤੇ ਕੋਈ ਹੱਲ ਹੋ ਜਾਣਾ, ਲੱਗਦਾ? ਹਾਂਜੀ, ਕਦੇ ਨਹੀਂ। ਅੱਜ ਤੋਂ ਮੈਂ ਇੰਨੇ ਸਾਲ ਮੈਂ ਹਿੰਮਤ ਹੈਗੀ ਸੀ ਤੁਹਾਡੇ 'ਚ, ਪਰ ਰਾਹ ਨਹੀਂ ਸੀ ਹੈਗਾ, ਰਸਤਾ ਨਹੀਂ ਸੀ ਹੈਗਾ। ਹਿੰਮਤ ਖੁਦ ਦੇ ਹੈਗੀ ਸੀ, ਪਰ ਹੱਦ ਪਿੱਛੇ ਹਿੰਮਤ ਵਧਾਉਣ ਵਾਲਾ ਕੋਈ ਨਹੀਂ ਸੀ ਹੈਗਾ। ਹਾਂਜੀ, ਅੱਜ ਹਿੰਮਤ ਵਧਾਈ ਇਹਨਾਂ ਨੇ ਸਾਡੀ, ਤੇ ਖੁਦ ਹਿੰਮਤ ਕਰਕੇ ਅੱਜ ਉਹਦੇ ਤੇ ਆਪਾਂ ਕਾਰਵਾਈ ਕਰਵਾਈ। ਤਾਂ ਬਿਲਕੁਲ ਇਹ ਉਹ ਬੱਚੀ ਹੈ ਜਿਹੜੀ ਤਸ਼ੱਦਦ ਸਹਿੰਦੀ ਰਹੀ ਸੀ। ਇਹ ਉਹ ਮਾਂ ਵਾ ਇਸ ਬੱਚੀ ਦੀ ਜਿਹੜੀ ਲਗਾਤਾਰ ਤਸ਼ੱਦਦ ਸਹਿ ਰਹੀ ਸੀ। ਤਾਂ ਤਸ਼ੱਦਦ ਸਹਿਣ ਤੋਂ ਬਾਅਦ ਅੱਜ ਇੱਕ ਸੇਫ ਤਰੀਕੇ ਨਾਲ, ਆਪਣੇ ਆਪ ਨੂੰ ਬਿਲਕੁਲ ਸੇਫ ਮੰਨਦਿਆਂ ਹੋਇਆਂ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਨੇ। ਤਾਂ ਏਕਨੂਰ ਵੱਲੋਂ ਇੱਕ ਮਦਦ ਕੀਤੀ ਗਈ ਸੀ, ਜਿਹਦੇ ਉੱਤੇ ਇਹਦੇ ਪਿਤਾ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ ਗਿਆ। ਤਾਂ ਇਹਨਾਂ ਕੋਲੋਂ ਸਿਰਫ ਇੱਕ ਹੀ ਹੁਣ ਮੰਗ ਹੈ ਕਿ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰੇ, ਜ਼ਮਾਨਤ ਜਲਦੀ ਨਾ ਮਿਲੇ, ਕਿਉਂਕਿ ਜਦੋਂ ਜਲਦੀ ਜ਼ਮਾਨਤ ਮਿਲ ਜਾਂਦੀ ਹੈ ਨਾ, ਤਾਂ ਫਿਰ ਉਹਦੇ ਹੌਸਲੇ ਹੋਰ ਵੱਧ ਜਾਂਦੇ। ਜਿਹੜਾ ਵੀ ਕ੍ਰਿਮੀਨਲ ਹੁੰਦਾ ਹੈ ਉਹਦੇ ਹੌਸਲੇ ਹੋਰ ਵੱਧ ਜਾਂਦੇ। ਉਹਨੂੰ ਪਤਾ ਹੈ ਕਿ ਮੈਂ 2-4 ਮਹੀਨੇ, 6 ਮਹੀਨੇ, ਸਾਲ ਬਾਅਦ ਬਾਹਰ ਆ ਜਾਣਾ, ਮੈਂ ਫਿਰ ਉਸੇ ਤਰੀਕੇ ਦੇ ਨਾਲ ਹੀ ਕਰਦਾ ਰਹਿਣਾ ਤੇ ਮਾਨਯੋਗ ਅਦਾਲਤ ਵਿੱਚ ਮੇਰਾ ਕੇਸ ਚੱਲਦਾ ਰਹਿਣਾ। ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਜੇਕਰ ਸੱਚਾਈ ਹੈ ਤਾਂ ਉਹ ਸੱਚੇ ਬੰਦੇ ਦੀ ਜਿਹੜੀ ਗੱਲ ਸੁਣੀ ਜਾਵੇ, ਤਾਂ ਜਿਹੜਾ ਝੂਠਾ ਵਾ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਦੋਂ ਤੱਕ ਰੱਖਿਆ ਜਾਵੇ ਜਦੋਂ ਤੱਕ ਉਹ ਸੁਧਰ ਨਾ ਜਾਵੇ। ਤਾਂ ਪੁਲਿਸ ਅਧਿਕਾਰੀਆਂ ਵੱਲੋਂ ਕੀ ਮਾਮਲਾ ਦਰਜ ਕੀਤਾ ਗਿਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ।